ਕਾਨੂੰਨ ਰੱਦ ਕਰਵਾਉਣ ਦੇ ਲਈ ਲਗਾਤਾਰ ਕਿਸਾਨ ਜਥੇਬੰਦੀਆਂ ਤੇ ਕਿਸਾਨ ਭਰਾ ਡਟੇ ਹੋਏ ਨੇ। ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਥੇਬੰਦੀਆਂ ਦੇ ਵੱਲੋਂ ਲਗਾਤਾਰ ਮੀਟਿੰਗਾਂ ਕਰਕੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਹੁਣ ਤਾਜ਼ੀ ਜੇ ਗੱਲ ਕਰੀਏ ਤਾਂ ਮੀਟਿੰਗ ਹੋ ਕੇ ਹਟੀ ਹੈ। ਇਸ ਮੀਟਿੰਗ ਦੇ ਵਿੱਚ ਕੀ ਰਣਨੀਤੀ ਤਿਆਰ ਕੀਤੀ ਗਈ ਹੈ, ਕੀ ਗੱਲਾਂ ਜਿਹੜੀਆਂ ਮੀਟਿੰਗ ਦੇ ਵਿੱਚ ਹੋਈਆਂ ਨੇ, ਉਸ ਦੇ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਾਜ਼ਰ ਨੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਸਾਹਿਬ, ਬਹੁਤ ਸਵਾਗਤ ਜੀ। ਕੀ ਮੀਟਿੰਗ ਹੋਈ ਹੈ, ਕੀ ਰਣਨੀਤੀ ਤਿਆਰ ਕੀਤੀ? ਮੀਟਿੰਗ ਸਾਡੀ ਪਹਿਲਾਂ ਤੇ ਸੀਗੀ ਜਿਹੜੀ ਲੈਟਰ ਆਈ ਸੀਗੀ ਗਵਰਨਮੈਂਟ ਵੱਲੋਂ ਜੀ, ਉਹਦੇ ਤੇ ਚਰਚਾ ਸੀ, ਕਿਉਂਕਿ ਕੱਲ ਅਸੀਂ ਆਪਣੀ ਕੀਤੀ ਸੀ ਪੰਜਾਬ ਦੀ, ਅੱਜ ਸੰਯੁਕਤ ਕਿਸਾਨ ਮੋਰਚੇ ਦੀ ਸੀ। ਔਰ ਇਹਦੇ ਵਿੱਚ ਮੀਟਿੰਗ ਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਆਪਾਂ ਉਹਦਾ ਜਵਾਬ ਦੇਣਾ ਸ਼ਾਰਟ ਸ਼ਬਦਾਂ ਦੇ ਵਿੱਚ, ਕਿਉਂਕਿ ਸਰਕਾਰ ਜਿਹੜੀ ਆ ਉਹ ਸਾਨੂੰ ਉਲਝਾਉਣਾ ਚਾਹੁੰਦੀ ਹੈ ਇਹਨਾਂ ਗੱਲਾਂ 'ਚ ਹੀ ਵੀ ਉਹ ਕੁਝ ਲਿਖ ਕੇ ਭੇਜਿਆ ਜੋ ਪਿਛਲੀਆਂ ਮੀਟਿੰਗਾਂ 'ਚ ਆਲਰੇਡੀ ਅਸੀਂ ਗੱਲ ਕੀਤੀ ਹੈ, ਜਦ ਕਿ ਉਹ ਸਾਨੂੰ ਯਾਦ ਹੀ ਹੈ ਕੀ ਹੈਗਾ। ਉਹ ਕੇਵਲ ਮੀਡੀਆ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੀ ਆ ਕਿ ਅਸੀਂ ਤਾਂ ਬੜੇ ਸੰਜੀਦਾ ਆ, ਪਰ ਜਿਹੜੇ ਕਿਸਾਨ ਉਹ ਜਿੱਤ ਅੜੇ ਹੋਏ ਨੇ। ਪਰ ਉਹ ਜਿਹੜੀ ਲੈਟਰ ਹੈ ਉਹਦੇ ਵਿੱਚ ਹੈ ਕੱਖ ਨਹੀਂ। ਉਹਦੇ ਵਿੱਚ ਲੈਟਰ 'ਚ ਕੇਵਲ ਲਾਸਟ ਇੱਕੋ ਹੀ ਗੱਲ ਹੈ ਜੀ ਜਿਹੜੀ ਸਾਡੇ ਸਮਝ ਆਉਂਦੀ, ਬਾਕੀ ਤਾਂ ਉਹ ਮੀਟਿੰਗਾਂ ਦਾ ਹੀ ਜ਼ਿਕਰ ਹੈ, ਅਸੀਂ ਉਦੋਂ ਕੀਤੀ, ਆਹ ਕੀਤਾ, ਉਹ ਕੀਤਾ। ਪਰ ਉਹਦੇ ਵਿੱਚ ਲਾਸਟ ਜਿਹੜਾ ਆਪਕੇ ਅਸ਼ੰਕੇ ਦੂਰ ਕੀਏ ਜਾਏਂਗੇ, ਕਹਿਣ ਦਾ ਭਾਵ ਹੈ ਵੀ ਸਰਕਾਰ ਤੁਹਾਨੂੰ ਸਮਝਾਵਾਂਗੇ। ਉਹ ਹਜੇ ਸਮਝਾਉਣ 'ਚ ਹੀ ਸਰਕਾਰ ਫਸੀ ਹੋਈ 4 ਮਹੀਨਿਆਂ ਦੀ, ਜਦੋਂ ਦਾ ਅੰਦੋਲਨ ਚੱਲ ਰਿਹਾ। ਤੇ ਸਰਕਾਰ ਦੀ ਇਹ ਵੱਡੀ ਮੈਂ ਕਹੂੰਗਾ ਖਾਮੀ ਹੈ, ਨਲਾਇਕੀ ਹੈ ਵੀ ਇਹ ਸਰਕਾਰ ਜਿਹੜੀ ਆ ਸੰਜੀਦਾ ਨਹੀਂ ਹੈਗੀ ਇਸ ਗੱਲ ਤੇ। ਅਸੀਂ ਸਰਕਾਰ ਨੂੰ ਸਮਝਾ ਚੁੱਕੇ ਹਾਂ, ਆਲਰੇਡੀ 7 ਘੰਟੇ ਬਹਿਸ ਚੱਲੀ ਆ। ਸਰਕਾਰ ਨੂੰ ਸਮਝਾ ਚੁੱਕੇ ਹਾਂ ਵੀ ਇਹ ਕਾਨੂੰਨ ਜਿਹੜੇ ਆ ਇੱਥੋਂ ਗਲਤ ਨੇ, ਹਰ ਪੁਆਇੰਟ ਤੇ ਉਹਨਾਂ ਨੂੰ ਦੱਸਿਆ, ਹਰ ਆਰਟੀਕਲ ਤੇ ਦੱਸਿਆ। ਔਰ ਉਹ ਕਿਤੇ ਨਾ ਕਿਤੇ ਅਮਿਤ ਸ਼ਾਹ ਦੀ ਮੀਟਿੰਗ 'ਚ ਅਮਿਤ ਸ਼ਾਹ ਇਸ ਗੱਲ ਨੂੰ ਐਗਰੀ ਵੀ ਕਰ ਗਏ, ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਤਾਂ ਚਰਚਾ ਦੀ ਗੱਲ ਕਰਦੇ ਹੋ ਬਾਰ-ਬਾਰ, ਅੱਗੇ ਚਰਚਾ ਹੋ ਚੁੱਕੀ ਹੈ ਤੇ ਜਦੋਂ ਵੇਲੇ ਆਉਣੇ ਸੀ ਚਰਚਾ ਕਰਨੀ ਚਾਹੀਦੀ ਸੀ। ਤਾਂ ਫਿਰ ਉਹਨਾਂ ਨੇ ਕਿਹਾ ਜੋ ਪਹਿਲੇ ਗਲਤੀ ਹੋਈ ਅਬ ਥੋੜੀ ਨਾ ਹੋਗੀ। ਕਹਿਣ ਦਾ ਮਤਲਬ ਸੀ ਕਿ ਸਰਕਾਰ ਅੰਦਰ ਗਤੀ ਤਾਂ ਮੰਨ ਚੁੱਕੀ ਹੈ ਵੀ ਗਲਤੀ ਹੈ, ਪਰ ਹੁਣ ਸਰਕਾਰ ਆਪਣੀ ਹੇਠੀ ਤੋਂ ਡਰੀ ਹੋਈ ਹੈ। ਸਰਕਾਰ ਜਿਹੜਾ WTO ਦੇ ਦਬਾਅ ਹੇਠ ਹੈ, ਸਰਕਾਰ ਵੱਡੇ ਪੂੰਜੀਪਤੀਆਂ ਦੇ ਦਬਾਅ ਹੇਠ ਹੈ ਤੇ ਉਹ ਗਰੀਬ ਕਿਸਾਨ ਦੀ ਸੁਣਨਾ ਨਹੀਂ ਚਾਹੁੰਦੀ। ਵੱਡੇ ਜਿਹੜੇ ਪੂੰਜੀਪਤੀ, ਬੜੇ ਘਰਾਣੇ, ਉਹਨਾਂ ਦੀ ਗੱਲ ਮੰਨ ਕੇ ਉਹਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਹੁਣ ਜਿਹੜੀ ਇਹ ਬੁਲਾ ਰਹੇ ਆ ਵੀ ਸ਼ੰਕੇ ਦੂਰ ਕਰਾਂਗੇ, ਜਾ ਰਹੇ ਹੋ? ਨਹੀਂ, ਬਿਲਕੁਲ ਨਹੀਂ। ਹਜੇ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਆਪਣੇ ਲੈਟਰ 'ਚ ਲਿਖ ਕੇ ਭੇਜ ਰਹੇ ਹਾਂ ਕਿ ਭਾਈ ਕੋਈ ਠੋਸ ਗੱਲ ਲਿਖ ਕੇ ਭੇਜੋ, ਜੇ ਇਹਦੇ ਵਿੱਚ ਕਾਨੂੰਨ ਰੱਦ ਕਰਨ ਦੀ ਗੱਲ ਹੋਵੇ ਤੇ ਫਿਰ ਅਸੀਂ ਆਵਾਂਗੇ। ਅਸੀਂ ਇਸ ਗੱਲ ਨੂੰ ਦੇਖੋ, ਐਵੇਂ ਜਾਓ ਆਓ ਉਹੀ ਗੱਲਾਂ ਮੁੜ ਕਰੀ ਜਾਓ। 5-7 ਵਾਰੀ ਮੀਟਿੰਗਾਂ ਕਰ ਚੁੱਕੇ, 5-4 ਵਾਰੀ, ਔਰ ਮੀਟਿੰਗਾਂ 'ਚ ਇੱਕੋ ਹੀ ਚਰਚਾ ਹੁੰਦੀ ਰਹੀ ਆ। ਉਹਦੇ ਵਿੱਚ ਅਸੀਂ ਦੱਸ ਚੁੱਕੇ ਹਾਂ ਬਿਲਕੁਲ ਜਿੱਦਾਂ ਉਹ ਚਾਹੁੰਦੇ ਸੀ, ਜਿਹੜੀ ਗੱਲ ਉਹ ਹਿੰਦੀ 'ਚ ਕਹਿੰਦੇ ਕਲੌਜ਼ ਬਾਈ ਕਲੌਜ਼ ਚਰਚਾ ਹੋਣੀ ਚਾਹੀਏ, ਉਹ ਕਲੌਜ਼ ਬਾਈ ਕਲੌਜ਼ ਚਰਚਾ ਕਰ ਚੁੱਕੇ ਹਾਂ। ਉਹਨਾਂ ਨੂੰ ਹਰ ਪੁਆਇੰਟ ਤੇ ਦੱਸ ਚੁੱਕੇ ਹਾਂ ਵੀ ਇਹ ਬਿਲਕੁਲ ਕਿਸਾਨ ਮਾਰੂ ਨੇ ਤੁਹਾਡੇ ਬਿੱਲ, ਜਿਹੜੇ ਖੇਤੀ ਬਿੱਲ ਲਿਆਂਦੇ ਨੇ। ਪਰ ਕਹਿਣ ਦਾ ਭਾਵ ਇਹ ਆ ਵੀ ਸਰਕਾਰ ਜਿਹੜੀ ਆ ਉਹ ਜਿੱਦ ਹੋਈ ਬੈਠੀ ਆ, ਛੋਟੇ ਬੱਚੇ ਵਾਲੀ ਜਿੱਦ ਕਰਕੇ ਬੈਠੀ ਹੈ। ਔਰ ਕਿਤੇ ਨਾ ਕਿਤੇ ਸਰਕਾਰ ਇਸ ਗੱਲ ਨੂੰ ਹੇਠੀ ਮੰਨਦੀ ਆ ਵੀ ਜੇ ਅੱਜ ਅਸੀਂ ਇਹ ਕਾਨੂੰਨ ਵਾਪਸ ਲੈ ਲੈ ਵੀ ਪਤਾ ਨਹੀਂ ਸਾਡੀ ਕਿੰਨੀ ਕੁ ਸਾਖ ਡੇਪ ਹੈਗੀ। ਅਸੀਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਬਾਰ-ਬਾਰ ਕਹਿੰਦੇ ਆ ਕਿ ਨਰਿੰਦਰ ਮੋਦੀ ਜੀ ਇਸ ਗੱਲ ਨੂੰ ਵਿਚਾਰੋ। ਜਿਹੜਾ ਰਾਜਾ ਹੁੰਦਾ, ਪ੍ਰਜਾ ਉਹਦਾ ਜਿਹੜਾ ਪ੍ਰਜਾ ਦੀ ਮਾਂ ਹੁੰਦੀ ਹੈ ਰਾਜਾ, ਤੇ ਜਦੋਂ ਬੱਚਿਆਂ ਦੀ ਕੋਈ ਗੱਲ ਉਹ ਮੰਨ ਲਵੇ ਤੇ ਮਾਂ ਕਦੇ ਛੋਟੀ ਨਹੀਂ ਹੋਇਆ ਕਰਦੀ। ਮਾਂ ਹਮੇਸ਼ਾ ਮਾਂ ਰਹਿੰਦੀ ਆ ਤੇ ਉਹਦਾ ਹੱਥ ਬੱਚਿਆਂ ਦੇ ਸਿਰ ਤੇ ਰਹਿੰਦਾ। ਇਸ ਕਰਕੇ ਇਹ ਬਿੱਲ ਵਾਪਸ ਕਰੋ। ਆ ਲੋਕਾਂ ਨੂੰ ਠੰਡ ਦੇ ਵਿੱਚ ਬਿਠਾਲਿਆ ਹੋਇਆ, ਇਹਨਾਂ ਨੂੰ ਘਰ ਭੇਜੋ ਵਾਪਸ। ਇਸ ਕਰਕੇ ਸਾਡੀ ਜਿਹੜੀ ਗੱਲ ਆ ਕੇਵਲ ਇਹ ਆ ਵੀ ਕੋਈ ਠੋਸ ਗੱਲ ਭੇਜੋ। ਜੇ ਚਿੱਠੀ ਭੇਜਣੀ ਆ ਤਾਂ ਫਿਰ ਅਸੀਂ ਆਵਾਂਗੇ ਚਰਚਾ ਲਈ। ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਇਹ ਆ ਵੀ ਚਲੋ ਕੋਈ ਗੱਲ ਨਹੀਂ ਆ, ਹੌਲੀ ਚੱਲੀ ਜਾਣ ਤੋਂ, ਜਿਸ ਤਰ੍ਹਾਂ ਚੱਲਦਾ, ਥੱਕ ਹਾਰ ਟੁੱਟ ਕੇ ਆਪਣੇ ਆਪ ਚੱਲ ਜਾਣਗੇ। ਨਹੀਂ, ਇਹ ਸ਼ਾਇਦ ਨਹੀਂ, ਇਹ ਬਿਲਕੁਲ ਸੱਚ ਹੈ। ਇਹ ਗੱਲ ਇਹ ਕਲੀਅਰ ਨਜ਼ਰ ਆਉਂਦੀ ਹੈ। ਸਰਕਾਰ ਦੀ ਨੀਅਤ ਬਿਲਕੁਲ ਇੱਥੇ ਟਿਕੀ ਹੋਈ ਆ। ਤੁਸੀਂ ਵੇਖੋ ਵੀ ਇਹ ਪਿਛਲੇ 4 ਮਹੀਨੇ ਤੋਂ ਅੰਦੋਲਨ ਚੱਲ ਰਿਹਾ। 1 ਮਹੀਨਾ ਇੱਥੇ ਹੋ ਜਾਣਾ ਆਪਾਂ, ਹੈ ਨਾ, 27 ਤਰੀਕ ਨੂੰ, ਕਿਉਂਕਿ 25 ਨੂੰ ਅਸੀਂ ਘਰਾਂ ਤੋਂ ਚੱਲੇ ਸੀ ਤੇ 27 ਨੂੰ ਇੱਥੇ ਪਹੁੰਚ ਗਏ ਸੀ। 1 ਮਹੀਨਾ ਅੰਦੋਲਨ ਸੜਕ ਤੇ ਹੋਵੇ, 5 ਹਾਈਵੇ ਸਾਡੇ ਭਾਰਤ ਦੇ ਬੰਦ ਹੋਣ, ਨੈਸ਼ਨਲ ਹਾਈਵੇ, ਤੇ ਸਰਕਾਰ ਚੁੱਪੀ ਸਾਧ ਕੇ ਬੈਠੀ ਹੈ। ਇਹਦਾ ਮਤਲਬ ਕੀ ਹੈ? ਸਰਕਾਰ ਨੂੰ ਲੱਗਦਾ ਵੀ ਅੱਜ ਨਹੀਂ ਤੇ ਕੱਲ੍ਹ ਘਰ ਨੂੰ ਮੁੜ ਜਾਣਗੇ। ਪਰ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਬਿਲਕੁਲ, ਮੈਂ ਪਰਸੋਂ ਸਟੇਜ ਤੋਂ ਵੀ ਬੋਲਿਆ ਸੀ ਔਰ ਸਟੇਜ ਤੋਂ ਇਹ ਗੱਲ ਹੱਥ ਖੜੇ ਕਰਾਏ ਸਨ ਲੋਕਾਂ ਦੇ ਕਿ ਵੀਰੋ ਦੱਸ ਦਿਓ ਵੀ ਜੇ ਅੰਦੋਲਨ ਇਹ 6 ਮਹੀਨੇ ਚੱਲੇ, ਸਾਲ ਚੱਲੇ, ਜਾਂ ਨਰਿੰਦਰ ਮੋਦੀ ਦੀ ਟਰਮ ਖਤਮ ਹੋਣ ਤੱਕ 4 ਸਾਲ ਕਹਿ ਦਿਓ, 1 ਸਾਲ ਹੋਇਆ ਸਰਕਾਰ ਬਣੀ ਨੂੰ, 4 ਸਾਲ ਤੱਕ ਚੱਲੇ ਤਾਂ ਆਪਾਂ ਇੱਥੇ ਬੈਠਾਂਗੇ, ਰਵਾਂਗੇ। ਤੇ ਸਾਰੀ ਦੁਨੀਆ ਨੇ ਹੱਥ ਖੜੇ ਕਰਕੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ, ਬਿਲਕੁਲ ਨਾ ਪਿੱਛੇ ਹਟੋ। ਤੇ ਫਿਰ ਆਗੂ ਕਿਵੇਂ ਪਿੱਛੇ ਹਟ ਜਾਣਗੇ? ਇਸ ਕਰਕੇ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਅੰਦੋਲਨ ਅੱਗੇ ਵਧਣਾ। ਮੈਂ ਇੱਥੇ ਇੱਕ ਹੋਰ ਪੋਜ਼ਿਟਿਵ ਗੱਲ ਦੱਸਣੀ ਚਾਹੁੰਦਾ। ਮੈਂ ਪਰਸੋਂ ਪਲਵਲ ਬਾਰਡਰ ਤੇ ਗਿਆ ਸੀ, 1 ਹਫ਼ਤਾ ਪਹਿਲਾਂ ਵੀ ਗਿਆ ਸੀ। ਔਰ ਉਹ ਪਲਵਲ ਬਾਰਡਰ ਤੇ ਜਦੋਂ 1 ਹਫ਼ਤਾ ਪਹਿਲਾਂ ਗਿਆ ਤਾਂ ਉਦੋਂ ਜ਼ਿਆਦਾ ਉੱਥੇ ਸਿੱਖ ਚਿਹਰੇ ਨਜ਼ਰ ਆਉਂਦੇ ਸੀ, ਪੰਜਾਬੀ ਚਿਹਰੇ ਨਜ਼ਰ ਆਉਂਦੇ ਸੀ, ਜਿਹੜੇ ਕਿ ਮੱਧ ਪ੍ਰਦੇਸ਼ 'ਚ ਪੰਜਾਬੀ ਲੋਕ ਜਾ ਕੇ ਵਸੇ ਹੋਏ ਨੇ।
ਪਰ ਮੈਂ ਪਰਸੋਂ ਦੀ ਗੱਲ ਪੋਜ਼ਿਟਿਵ ਦੱਸ ਰਿਹਾ ਤੁਹਾਨੂੰ, ਬੜੀ ਉਹ ਮਨ ਨੂੰ ਤਸੱਲੀ ਹੋਈ ਵੀ ਜਿਹੜੀ ਸਰਕਾਰ ਗੱਲ ਕਰਨਾ ਚਾਹੁੰਦੀ ਨਾ ਵੀ ਇਹਨੂੰ ਪੰਜਾਬੀਆਂ ਦਾ ਬਣਾਉਣਾ ਚਾਹੁੰਦੀ ਹੈ, ਇਹਨੂੰ ਪੰਜਾਬ ਦਾ ਹੀ ਮੁੱਦਾ ਬਣਾਉਣਾ ਚਾਹੁੰਦੀ, ਇਹਨੂੰ ਖਾਲਿਸਤਾਨੀਆਂ ਦਾ ਬਣਾਉਣਾ ਚਾਹੁੰਦੀ। ਪਰਸੋਂ ਬੜੀ ਪੋਜ਼ਿਟਿਵ ਗੱਲ ਨਜ਼ਰ ਦੇਖ ਕੇ ਆਇਆ ਉੱਥੇ ਕਿ 80% ਜਿਹੜੇ ਸਾਡੇ ਭਰਾ ਸੀ ਉਹ ਗੈਰ ਸਿੱਖ, ਜਿਹੜੇ ਦਸਤਾਰਧਾਰੀ ਨਹੀਂ ਸਨ, ਔਰ ਉਹ ਸਾਡੇ ਵੀਰ ਉੱਥੇ ਸ਼ਾਮਲ ਸਨ। 20% ਸਿੱਖ ਨਜ਼ਰ ਆਏ। ਕਹਿਣ ਦਾ ਭਾਵ ਹੁਣ ਪੂਰਾ ਜਿਹੜਾ ਭਾਰਤ ਹੈ ਉੱਠ ਖੜਾ ਹੋਇਆ। ਹੌਲੀ ਹੌਲੀ ਜਿਹੜੀ ਸਾਡੇ ਹਿੰਦੂ ਭਰਾਵਾਂ ਦੀ ਗਿਣਤੀ ਆ ਉਹ ਵੱਧ ਰਹੀ ਹੈ, ਜਿਹੜੇ ਹਿੰਦੂ ਭਰਾ ਕਿਸਾਨ ਨੇ। ਤੇ ਇਹ ਸਰਕਾਰ ਜਿਹੜੀ ਫਿਰਕੂਪਰਸਤ ਦੀ ਰਾਜਨੀਤੀ ਕਰਦੀ ਹੈ ਨਾ, ਉਹਦੇ ਮੂੰਹ ਤੇ ਇਹ ਬੜੀ ਕਰਾਰੀ ਚਪੇੜ ਹੋਊਗੀ ਜਦੋਂ ਇਹ ਸਾਰੇ ਹਿੰਦੂ ਭਰਾ ਉੱਠ ਕੇ ਆ ਜਾਣਗੇ। ਜਿਹੜੀ ਉਹ ਫਿਰਕੂਪਰਸਤ ਦੀ ਰਾਜਨੀਤੀ ਬੀਜੇਪੀ ਵਾਲੇ ਕਰਦੇ ਨੇ, ਉਹਨਾਂ ਦਾ ਮੂੰਹ ਮੋੜ ਦੇਊਗੀ ਇਹ ਗੱਲ। ਤੇ ਯੂਪੀ ਵਾਲਿਆਂ ਦੇ ਉੱਤੇ ਡੰਡਾ ਭਰਾਇਆ ਗਿਆ ਜੀ ਪੁਲਿਸ ਦੀ, ਉਹ ਬਹੁਤ ਮੰਦਭਾਗੀ ਜਿਹੜੀ ਵੀਡੀਓ ਸਾਹਮਣੇ ਆ ਰਹੀਆਂ ਨੇ, ਉਹਨੂੰ ਕਿਵੇਂ ਵੇਖਦੇ ਹੋ? ਉਹਦੇ ਬਾਰੇ ਕੋਈ ਮੀਟਿੰਗ ਦੇ ਵਿੱਚ ਚਰਚਾ ਹੋਈ ਜਿਸ ਤਰ੍ਹਾਂ ਇਹ ਪੁਲਿਸ ਵਾਲੇ ਜਿਵੇਂ ਤੰਗ ਕਰਨ ਲੱਗ ਗਿਆ ਜੀ? ਬਿਲਕੁਲ ਜੀ, ਅਸੀਂ ਚਰਚਾ ਕੀਤੀ ਹੈ, ਕਿਉਂਕਿ ਕੱਲਾ ਯੂਪੀ ਵਾਲਿਆਂ ਤੇ ਨਹੀਂ। ਤੁਸੀਂ ਇੱਕ ਵੇਖੋ ਵੀਰ ਜੀ, ਇਹਦੇ ਵਿੱਚ ਜਿਹੜੇ ਆੜਤੀਏ ਵੀਰ ਨੇ ਉਹਨਾਂ ਤੇ ਇਨਕਮ ਟੈਕਸ ਦੀ ਰੇਡ ਹੁੰਦੀ ਹੈ, ਔਰ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੂੰ ਨਹੀਂ ਨਾਲ ਲੈ ਕੇ ਜਾਂਦੇ, ਉਹ ਪੁਲਿਸ ਬਾਹਰੋਂ ਮੰਗਾਈ ਜਾਂਦੀ ਹੈ, ਜੋ ਉਹਨਾਂ ਨੇ ਸਾਨੂੰ ਦੱਸਿਆ ਵੀ ਸੀਆਰਪੀ ਲੈ ਕੇ ਗਏ ਨੇ, ਸੀਆਰਪੀਐਫ ਵਗੈਰਾ। ਔਰ ਰਾਤ ਨੂੰ 1-1:30 ਵਜੇ ਜਾ ਕੇ ਉਹਨਾਂ ਦਰਵਾਜ਼ੇ ਖੜਕਾਉਂਦੇ ਨੇ, ਕਹਿੰਦੇ ਖੋਲੋ ਨਹੀਂ ਤਾਂ ਅਸੀਂ ਕੰਧ ਟੱਪ ਕੇ ਆ ਜਾਾਂਗੇ, ਤੁਹਾਡੇ ਦਰਵਾਜ਼ੇ ਤੋੜ ਕੇ ਆ ਜਾਾਂਗੇ। ਕਹਿਣ ਦਾ ਭਾਵ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਸਰਕਾਰ। ਇਸੇ ਤਰ੍ਹਾਂ ਯੂਪੀ 'ਚੋਂ ਜਿਹੜੇ ਆਉਂਦੇ ਨੇ ਲੋਕ, ਕਿਸਾਨ ਇਕੱਠੇ ਹੋ ਕੇ, ਉਹਨਾਂ ਨੂੰ ਅੰਦਰ ਫੜ ਜੇਲ੍ਹਾਂ 'ਚ ਦੇ ਰਹੇ ਨੇ, ਉਹਨਾਂ ਤੇ ਪਰਚੇ ਕਰ ਰਹੇ ਨੇ। ਕਹਿਣ ਦਾ ਭਾਵ ਹੈ ਕਿ ਲੋਕਤੰਤਰ ਦਾ ਘਾਣ ਹੋ ਰਿਹਾ। ਲੋਕਤੰਤਰ ਹੁੰਦਾ ਲੋਕਾਂ ਦਾ ਤੰਤਰ, ਲੋਕਾਂ ਦੀ ਆਵਾਜ਼ ਸਰਕਾਰ ਬਣਾਉਂਦੀ ਹੈ। ਤੇ ਇਹ ਦੇਖੋ ਸਰਕਾਰ ਕਿਹੜੀ ਕੋਝੀ ਹਰਕਤ ਤੇ ਆ ਗਈ। ਅੱਜ ਲੋਕਾਂ ਦੀ ਆਵਾਜ਼ ਨੂੰ ਘੁੱਟਣ ਤੇ ਆ ਗਈ, ਦਬਾਉਣ ਤੇ ਆ ਗਈ, ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਤੇ ਆ ਗਈ। ਇਹ ਲੋਕਤੰਤਰ ਦਾ ਘਾਣ ਹੋ ਰਿਹਾ। ਬਿਲਕੁਲ ਇਹ ਸਰਕਾਰ ਨੂੰ ਅਸੀਂ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਜੇਕਰ ਇਸ ਤਰ੍ਹਾਂ ਦੁਬਾਰਾ ਤੁਸੀਂ ਕਿਸੇ ਆੜਤੀਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਤੇ ਇਹ ਵੇਖ ਲਓ ਕਿ ਪੰਜਾਬ ਦੇ ਵਿੱਚ ਅਸੀਂ ਆਪਣੇ, ਉੱਥੇ ਵੀ ਸਾਡੇ ਬਹੁਤ ਕਿਸਾਨ ਆਗੂ ਬੈਠੇ ਨੇ, ਸਾਡਾ ਹਜੇ ਕੇਡਰ ਉੱਥੇ ਵੀ ਬੈਠਾ ਹੈ, ਤੇ ਜਿਹੜੇ ਦਫ਼ਤਰ ਤੁਹਾਡੇ ਇਨਕਮ ਟੈਕਸ ਦੇ ਉਹ ਘੇਰਾ ਪਾ ਲਾਂਗੇ, ਉਹਨਾਂ ਦਾ ਫਿਰ ਬਾਹਰ ਅੰਦਰ ਜਾਣਾ ਵੀ ਬੰਦ ਕਰ ਦਿਆਂਗੇ। ਇਸ ਕਰਕੇ ਬਗਾਵਤ ਤੇ ਨਾ ਉਤਾਰੋ, ਇਹ ਚੰਗੀ ਗੱਲ ਨਹੀਂ। ਇਸ ਕਰਕੇ ਬਿਲਕੁਲ ਲੋਕਤੰਤਰ ਦਾ ਰਾਜ ਹੈ, ਲੋਕਤੰਤਰ ਦਾ ਰਾਜ ਰਹਿਣਾ ਚਾਹੀਦਾ। ਲੋਕਾਂ ਦੀ ਰਾਏ ਦੇ ਨਾਲ ਸਰਕਾਰਾਂ ਚੱਲਦੀਆਂ ਨੇ, ਤੇ ਲੋਕਾਂ ਦੀ ਰਾਏ ਨਾਲ ਸਰਕਾਰ ਤੁਸੀਂ ਚਲਾਓ ਬੀਜੇਪੀ ਵਾਲਿਓ। ਲੋਕਾਂ ਦੀ ਰਾਏ ਇਸ ਵੇਲੇ ਇਹ ਹੈ ਕਿ ਇਹ ਸਾਰੇ ਕਾਨੂੰਨ ਜਿਹੜੇ ਆ ਰੱਦ ਕੀਤੇ ਜਾਣ। ਜੀ, ਬਹੁਤ ਸਾਰੀਆਂ ਗੱਲਾਂ ਜਾਂ ਮਾਹਿਰ ਜਿਹੜੇ ਹੈਗੇ ਨੇ, ਬਹੁਤ ਸਾਰੇ ਇਹ ਗੱਲਾਂ ਹੋ ਰਹੀਆਂ ਬਈ ਸਰਕਾਰ ਹਾਈਵੇ ਜਾਮ ਕਰਨ ਦੇ ਨਾਲ ਕੁਝ ਨਹੀਂ ਹੋਣਾ, ਹਾਈਵੇ ਜਾਮ ਕਰ ਰਹੇ ਨੇ ਕਿਸਾਨ। ਉਹ ਕਹਿੰਦੇ ਵੀ ਅੰਬਾਨੀ ਅਡਾਨੀਆਂ ਦੀ ਸੰਗੀ ਘੁੱਟਣੀ ਪੈਣੀ ਆ ਤਾਂ ਸਰਕਾਰ ਹਿੱਲੂਗੀ, ਕਿਉਂਕਿ ਫਾਇਦਾ ਤਾਂ ਉਹਨਾਂ ਨੂੰ ਪਹੁੰਚਾਉਣਾ। ਕੀ ਅਜਿਹਾ ਕੋਈ ਕਦਮ ਵੀ ਚੁੱਕ ਰਹੇ ਹੋ ਜੀ ਹੁਣ? ਬਿਲਕੁਲ ਜੀ, ਅਸੀਂ ਪਹਿਲਾਂ ਪੰਜਾਬ 'ਚੋਂ ਇਹ ਮੁੱਦਾ ਚੁੱਕਿਆ ਸੀ। ਤੁਸੀਂ ਵੇਖਿਆ ਹੋਊਗਾ ਕਿ ਆਪਾਂ ਅਡਾਨੀ ਅਬਾਨੀ ਦਾ ਬਾਈਕਾਟ ਕੀਤਾ ਸੀ, ਉੱਥੇ ਉਹਨਾਂ ਦੇ ਪੰਪਾਂ ਦਾ ਬਾਈਕਾਟ ਕੀਤਾ, ਔਰ ਉੱਥੇ ਅਸੀਂ ਜਿਹੜੇ ਟੋਲ ਪਲਾਜ਼ੇ ਇਹਨਾਂ ਦੇ ਵੱਡੇ ਘਰਾਣਿਆਂ ਦੇ ਉਹਨਾਂ ਦਾ ਬਾਈਕਾਟ ਕੀਤਾ। ਔਰ ਹੁਣ ਜਿਹੜੇ ਉਹਨਾਂ ਦੇ ਜਿੰਨੇ ਵੀ ਪ੍ਰੋਜੈਕਟ, ਜਿਹੜੇ ਸਮਾਨ ਉਹ ਤਿਆਰ ਕਰਦੇ ਨੇ, ਉਹਨਾਂ ਸਾਰਿਆਂ ਦਾ ਅਸੀਂ ਬਾਈਕਾਟ ਕੀਤਾ। ਔਰ ਤੁਸੀਂ ਵੇਖਿਆ ਹੋਊਗਾ, ਇੱਕ ਮੈਂ ਵੀਰ ਜੀ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਸਪਸ਼ਟ ਗੱਲ, ਵੀ ਅਸੀਂ ਜਦੋਂ ਟ੍ਰੇਨਾਂ ਮਾਲ ਗੱਡੀਆਂ ਛੱਡ ਦਿੱਤੀਆਂ ਤੇ ਉਦੋਂ ਇੱਕ ਜਿਹੜੀ ਇਹਨਾਂ ਦੀ ਗੱਡੀ ਸੀ ਨਾ, ਇਹਨਾਂ ਦੇ ਸ਼ੈਲੋ ਨੂੰ ਜਾ ਰਹੀ ਸੀ ਅਡਾਨੀਆਂ ਦੀ, ਉਹ ਟ੍ਰੇਨ ਰੋਕੀ ਤੇ ਭਾਰਤ ਸਰਕਾਰ ਨੇ ਸਾਰੀਆਂ ਟ੍ਰੇਨਾਂ ਰੋਕਤੀਆਂ। ਤਕਲੀਫ ਭਾਰਤ ਸਰਕਾਰ ਨੂੰ ਪਹੁੰਚ ਗਈ। ਤੇ ਕਹਿਣ ਦਾ ਭਾਵ ਆ ਵੀ ਅਡਾਨੀ ਅਬਾਨੀਆਂ ਦਾ ਹੀ ਸਾਨੂੰ ਦੀਦਾ ਆ ਕਿ ਜੇ ਭਾਰਤ ਸਰਕਾਰ ਅਡਾਨੀ ਅਬਾਨੀਆਂ ਨਾਲ ਬੈਠੀ ਆ ਅੱਜ, ਕਿਸਾਨ ਨੂੰ ਛੱਡ ਕੇ, ਕਿਸਾਨਾਂ ਤੇ ਮਾਰੂ ਨੀਤੀਆਂ ਲਿਆ ਕੇ ਅਡਾਨੀ ਅਬਾਨੀ ਦਾ ਫਾਇਦਾ ਕਰਨਾ ਚਾਹੁੰਦੀ ਹੈ, ਤੇ ਅਸੀਂ ਬਿਲਕੁਲ ਪੂਰਨ ਬਾਈਕਾਟ ਕਰਾਂਗੇ। ਅੱਜ ਦੀ ਤੁਸੀਂ ਪੀਸੀ 'ਚ ਵੀ ਚੈੱਕ ਕਰਿਓ ਕਿ ਸਾਰੀ ਸਟੇਟਾਂ ਦੇ ਜਿੰਨੇ ਆਗੂ ਨੇ, ਉਹਨਾਂ ਨੇ ਅੱਜ ਪ੍ਰਣ ਲਿਆ ਕਿ ਇਹਨਾਂ ਦੇ ਪੂਰੇ ਸਮਾਨ ਦਾ ਬਹਿਸ਼ਕਾਰ ਕੀਤਾ ਜਾਊਗਾ। ਅਡਾਨੀ ਅਬਾਨੀ ਜਿਹੜੇ ਵੀ ਸਮਾਨ ਤਿਆਰ ਕਰਦੇ ਨੇ, ਇਹਨਾਂ ਦੇ ਚਾਹੇ ਤੇਲ ਹੋਣ, ਇਹਨਾਂ ਦੀਆਂ ਚਾਹੇ ਕੋਈ ਕਰੀਮਾਂ ਵਗੈਰਾ ਹੋਣ, ਜੋ ਵੀ ਤਿਆਰ ਕਰਦੇ ਨੇ ਉਹ ਜਿਹੜਾ ਵੀ ਪੈਕ ਇਹਨਾਂ ਦਾ ਮਾਲ ਆਊਗਾ ਉਹ ਸਾਰੇ ਦਾ ਬਾਈਕਾਟ ਕੀਤਾ ਜਾਊਗਾ। ਇਹਨਾਂ ਦੇ ਪੰਪਾਂ ਦੇ ਤੇਲਾਂ ਦਾ ਬਾਈਕਾਟ ਕੀਤਾ ਜਾਊਗਾ। ਹਰ ਤਰੀਕੇ ਨਾਲ ਬਾਈਕਾਟ ਇਹਨਾਂ ਦਾ ਕੀਤਾ ਜਾਊਗਾ। ਗੱਲ ਤਾਂ ਸਾਹਮਣੇ ਇਹ ਵੀ ਆ ਰਹੀ ਵੀ ਅੰਮ੍ਰਿਤਸਰ ਦੇ ਵਿੱਚ 41 ਨਵੇਂ ਸਟੋਰ ਅੰਬਾਨੀ ਖੋਲ੍ਹਣ ਜਾ ਰਿਹਾ ਜੀ। ਖੋਲ੍ਹ ਲਵੇ, ਅਸੀਂ ਚੱਲਣ ਨਹੀਂ ਦੇਵਾਂਗੇ। ਬਿਲਕੁਲ ਅਸੀਂ ਉਹਨੂੰ ਅਗਾਹ ਕਰਨਾ ਚਾਹੁੰਦੇ ਹਾਂ ਭਾਈ ਅਬਾਨੀ ਨੂੰ ਤੇ ਅਡਾਨੀ ਨੂੰ, ਜੇ ਤੂੰ ਆਪਣੇ ਸਟੋਰ ਚਲਾਉਣੇ ਨੇ, ਮੈਡੀਕਲ ਸਟੋਰ ਨੇ, ਕਹਿੰਦੇ ਹੁਣ ਦਵਾਈਆਂ ਰੱਖੇਗਾ, ਪਹਿਲੇ ਕਰਿਆਨੇ ਦੇ ਹਾਲੇ ਹੁਣ ਦਵਾਈਆਂ ਦੇ। ਮੈਂ ਕਿਹਾ ਜੀ ਇਹ ਤਾਂ ਜ਼ਹਿਰ ਪਹਿਲਾਂ ਹੀ ਸਾਡੇ ਲਈ ਬਿੱਲ ਦੇਤੇ, ਹੋਰ ਕਿਹੜੀ ਇਹਨੇ ਦਵਾਈਆਂ ਦੀ ਜ਼ਹਿਰ ਲਿਆ ਕੇ ਦੇਣੀ ਆ। ਅਸੀਂ ਉਹ ਬਿਲਕੁਲ ਨਹੀਂ ਚੱਲਣ ਦੇਵਾਂਗੇ। ਕਲੀਅਰ ਕੱਟ ਹੈ, ਇਹਦੀ ਹਰ ਮੈਡੀਸਨ ਦਾ ਵਿਰੋਧ ਕਰਾਂਗੇ। ਅਡਾਨੀ ਤੇ ਅਬਾਨੀ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਵੀ ਜੇ ਆਪਣਾ ਬਿਜ਼ਨਸ ਚਲਾਉਣਾ ਚਾਹੁੰਦਾ ਹੈ ਤਾਂ ਇਹਨੂੰ ਨਰਿੰਦਰ ਮੋਦੀ ਨੂੰ ਸਾਫ਼ ਸ਼ਬਦਾਂ 'ਚ ਕਹਿ ਦੇ ਕਿ ਭਾਈ ਇਹ ਤਿੰਨੋਂ ਕਾਨੂੰਨ ਵਾਪਸ ਲੈ ਲੈ, ਨਹੀਂ ਤਾਂ ਹਰ ਜਿਹੜਾ ਮੈਦਾਨ ਤੇ, ਇੱਥੇ ਤੱਕ ਨਹੀਂ, ਇਹ ਵੀ ਅਵੇਅਰ ਕਰਾਂਗੇ ਜਿਹੜੀ ਇੰਡਸਟਰੀ 'ਚ ਇਹਦੇ ਸ਼ੇਅਰ ਨੇ, ਉਹ ਸ਼ੇਅਰ ਹੋਲਡਰ ਜਿਹੜੇ ਲੋਕ ਸ਼ੇਅਰ ਦਾ ਵੀ ਕਾਰੋਬਾਰ ਕਰਦੇ ਨੇ, ਉਹਨਾਂ ਨੂੰ ਕਹਾਂਗੇ ਵੀ ਇਹਦੇ ਸ਼ੇਅਰ ਮਤ ਖਰੀਦੋ। ਇਹਨੂੰ ਹਰ ਤਰੀਕੇ ਨਾਲ ਅਡਾਨੀ ਅਬਾਨੀ ਨੂੰ ਇੱਥੋਂ ਬਾਹਰ ਕਰਾਂਗੇ। ਬੀਜੇਪੀ ਤੇ ਬਾਹਰ ਕਰਨੀ ਹੈ ਭਾਰਤ 'ਚੋਂ, ਪਰ ਇਹ ਜਿਹੜੇ ਅਡਾਨੀ ਅਬਾਨੀ ਇਹਨਾਂ ਨੂੰ ਵੀ ਭਾਰਤ 'ਚੋਂ ਬਾਹਰ ਕਰਾਂਗੇ। ਚੱਲਦੇ ਇਹਨਾਂ ਦੇ ਬਿਜ਼ਨਸ ਫੇਲ ਕਰਾਂਗੇ। ਬਹੁਤ ਸਾਰੀਆਂ ਗੱਲਾਂ ਇਹ ਵੀ ਆ ਰਹੀਆਂ ਬਈ ਕਿਸਾਨ ਜਥੇਬੰਦੀਆਂ ਨੂੰ ਇਹ ਵੀ ਦੇਖਣਾ ਚਾਹੀਦਾ, ਹਰ ਰੋਜ਼ ਕਿਸੇ ਦਾ ਬਾਪ ਮਰ ਜਾਂਦਾ ਜੀ, ਕਿਸੇ ਦਾ ਪੁੱਤ ਮਰ ਜਾਂਦਾ, ਭਰਾ ਮਰ ਜਾਂਦਾ।
ਪਤਾ ਨਹੀਂ ਕਿੰਨੀਆਂ ਕੁ ਪਤਨੀਆਂ ਵਿਧਵਾ ਹੋ ਗਈਆਂ ਜੀ, ਵੀ ਉਹ ਚੀਜ਼ ਦਾ ਧਿਆਨ ਵੀ ਰੱਖੋ ਜੀ। ਵੇਖੋ ਅਸੀਂ ਤਾਂ ਰੋਜ਼ ਅਪੀਲ ਕਰਦੇ ਹਾਂ ਕਿ ਭਾਈ ਆਪ ਕੁਛ ਨਾ ਕਰੋ, ਬਾਕੀ ਜਿਹੜੇ ਸ਼ਹੀਦ ਹੋ ਰਹੇ ਨੇ, ਦੇਖੋ ਜਦੋਂ ਕੌਮਾਂ ਕੋਈ ਲੜਾਈ ਲੜਦੀਆਂ ਨੇ, ਕੋਈ ਕਿੱਤੇ ਵਾਲੇ ਲੜਾਈ ਲੜਦੇ ਨੇ ਤਾਂ ਉਹਦੇ ਵਿੱਚ ਕੁਰਬਾਨੀਆਂ ਵੀ ਹੁੰਦੀਆਂ ਨੇ, ਇਹ ਕੁਰਬਾਨੀਆਂ ਨੇ ਉਹਨਾਂ ਦੀਆਂ। ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸ ਦੇਣਾ ਚਾਹੁੰਦਾ ਕਿ ਸਾਡੇ ਕੋਲ ਤਾਂ ਲੋਕ ਇੱਥੇ ਤੱਕ ਤਿਆਰ ਨੇ। ਇੱਕ ਸਟੇਜ ਤੇ ਬੀਬੀ ਆਈ ਪਰਸੋਂ ਔਰ ਉਹਨੇ ਕਿਹਾ ਵੀ ਮੇਰਾ ਪੁੱਤਰ ਵੀ ਚਲਾ ਗਿਆ, ਮੇਰਾ ਪਤੀ ਵੀ ਚਲਾ ਗਿਆ ਤੇ ਮੈਂ ਆਪਣਾ ਸ਼ਹੀਦਾਂ 'ਚ ਨਾਂ ਲਿਖਾਉਣਾ ਚਾਹੁੰਦੀ ਆ, ਜੇ ਤੁਸੀਂ ਸ਼ਹੀਦਾਂ 'ਚ ਨਾਂ ਲਿਖਣੇ ਆ ਤਾਂ ਮੇਰਾ ਨਾਂ ਲਿਖੋ। ਕਹਿਣ ਦਾ ਭਾਵ ਲੋਕਾਂ ਨੇ ਇੱਥੇ ਮਾਈਂਡ ਸੈੱਟ ਕਰ ਲਿਆ। ਮੈਂ ਤੁਹਾਨੂੰ ਹੋਰ ਇਹ ਗੱਲ ਦੱਸਣੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਇੱਥੋਂ ਜਦੋਂ ਟਰਾਲੀਆਂ ਦੇ ਵਿੱਚ ਹੀ ਨਿਕਲ ਕੇ ਜਾਣਾ, ਕਿਉਂਕਿ ਮੇਰੀ ਜਥੇਬੰਦੀਆਂ ਦੀਆਂ ਟਰਾਲੀਆਂ ਉਹਨਾਂ ਨੂੰ ਮੈਂ ਮਿਲਦਾ ਜਾਂਦਾ, ਤੇ ਮੈਨੂੰ ਕਈ ਬਜ਼ੁਰਗ ਜਿਹੜੇ ਨਹੀਂ ਸਾਡੀ ਜਥੇਬੰਦੀਆਂ ਵੀ ਨਹੀਂ ਆਏ ਹੋਏ, ਕਿਉਂਕਿ ਉਹ ਸਟੇਜਾਂ ਤੋਂ ਜਾਣਦੇ ਨੇ ਵੀ ਹੁਣ ਇਹ ਆਗੂਆਂ 'ਚ ਸ਼ਾਮਲ ਨੇ, ਉਹ ਮੈਨੂੰ ਕਹਿੰਦੇ ਪੁੱਤਰਾ ਰੁਕ ਕੇ ਜਾਈ, ਗੱਲ ਸੁਣ ਕੇ ਜਾਈ, ਜਿਹੜੇ 80 ਸਾਲ ਦੇ ਬਜ਼ੁਰਗ ਨੇ, ਤੇ ਉਹ ਮੈਨੂੰ ਇਹ ਆਖਦੇ ਨੇ ਕਿ ਪੁੱਤਰਾ ਪਿੱਛੇ ਨਾ ਹਟ ਜਿਓ, ਇਸ ਗੱਲ ਨੂੰ ਹੁਣ ਕਾਨੂੰਨਾਂ ਦੇ ਕਿਤੇ ਵਿੱਚ ਸੋਧਾਂ 'ਚ ਨਾ ਜਿਓ, ਇਹ ਰੱਦ ਕਰਾਓਗੇ ਜਾਣਾ। ਤੇ ਜੇਕਰ ਕੱਲ ਨੂੰ ਕੋਈ ਸਰਕਾਰ ਗੋਲੀ ਵੀ ਚਲਾਉਂਦੀ ਆ, ਡੰਡਾ ਵੀ ਚਲਾਉਂਦੀ ਆ, ਪਹਿਲਾਂ ਆ ਬੁੜੇ ਅੱਗੇ ਹੋਣਗੇ, ਇਦਾਂ ਸਾਨੂੰ ਕਹਿੰਦੇ ਆ, ਤੁਹਾਡੀ ਨੌਜਵਾਨਾਂ ਦੀ ਵਾਰੀ ਬਾਅਦ 'ਚ ਆਏਗੀ। ਉਹੀ ਮਕਸਦ ਸੀ ਨਾ ਮੇਰਾ ਵੀ ਇਹ ਸਵਾਲ ਕਰਨ ਦਾ, ਵੀ ਧਿਆਨ ਦੇ ਵਿੱਚ ਸ਼ਹੀਦੀਆਂ ਨੂੰ ਰੱਖ ਰਹੇ ਹੋ, ਵੀ ਕਿਤੇ ਕੱਲ ਨੂੰ ਇਹ ਨਾ ਹੋਵੇ ਪੰਜਾਬ ਜਾ ਕੇ ਲੋਕ ਕਹਿਣ ਵੀ ਅਸੀਂ ਤਾਂ ਆਪਣੇ ਪੁੱਤ ਵੀ ਗਵਾ ਲਿਆ, ਪਤਨੀ ਕਹੇ ਵੀ ਮੇਰਾ ਤਾਂ ਪਤੀ ਵੀ ਚਲੇ ਗਿਆ ਤੇ ਸਾਡੇ ਪੱਲੇ ਤਾਂ ਨਿਰਾਸ਼ਤਾ ਪਈ ਹੈ, ਅਸੀਂ ਤਾਂ ਸੋਧਾਂ ਕਰਵਾ ਕੇ ਵਾਪਸ ਆ ਗਏ, ਕੁਝ ਅਜਿਹਾ ਤਾਂ ਨਹੀਂ ਹੋਊਗਾ ਜੀ? ਬਿਲਕੁਲ ਨਹੀਂ ਜੀ। ਅੱਜ ਤਾਂ ਜੇਕਰ ਸਾਨੂੰ ਵਿੱਚ ਹੁਣ ਕਈ ਸਿਆਣੇ ਬਜ਼ੁਰਗਾਂ ਨੂੰ ਪਤਾ ਨਹੀਂ, ਮੈਨੂੰ 2-3 ਆਗੂ ਇਦਾਂ ਦੇ ਵੀ ਬਜ਼ੁਰਗ ਕਿਸਾਨ ਇਦਾਂ ਦੇ ਵੀ ਮਿਲੇ ਜਿਹੜੇ ਕਹਿੰਦੇ ਵੀ ਹੁਣ ਸਰਕਾਰ ਤੇ ਯਾਰ ਕਹਿੰਦੀ ਹੈ 90% 95% ਸੋਧਾਂ ਕਰ ਲਓ, ਤੇ ਫਿਰ ਗੱਲ ਕੀ, ਆਪਾਂ ਗੱਲ ਕਿੱਥੇ ਅੜੀ ਹੋਈ ਆ, ਇਹ ਕਰ ਲਓ। ਤੇ ਫਿਰ ਅਸੀਂ ਉਹਨਾਂ ਨੂੰ ਸਮਝਾਇਆ ਕਿ ਬਜ਼ੁਰਗੋ ਇਹ ਅਸਲ 'ਚ ਸਰਕਾਰ ਦੀ ਸ਼ਰਾਰਤ ਹੈ। ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਨਾ ਕਿ ਭਾਈ ਸਾਨੂੰ ਪੈਰ ਰੱਖਣ ਲਈ ਥਾਂ ਦੇ ਦੇ, ਬੈਠ ਮੈਂ ਆਪੇ ਜਾਣਾ, ਲਿਟ ਲਈ ਵੀ ਮੈਂ ਆਪਣੀ ਜਗ੍ਹਾ ਬਣਾ ਲੈਣੀ। ਸਰਕਾਰ ਇਹ ਚਾਹੁੰਦੀ ਹੈ ਕਿ ਆਪਾਂ 90% 95% ਸੋਧ ਕਰ ਦਈਏ, 5% ਰੱਖ ਲਈਏ, 2% ਰੱਖ ਲਈਏ, 1% ਵੀ ਸਰਕਾਰ ਰੱਖ ਲਵੇ ਤਾਂ ਇੱਕ ਅਸੀਂ ਨਵਾਂ ਕਾਨੂੰਨ ਖੜਾ ਕਰਕੇ ਜਾਵਾਂਗੇ ਜਿਹੜਾ ਹਰ ਵੇਲੇ ਤਲਵਾਰ ਸਾਡੇ ਤੇ ਲਮਕੂਗੀ। ਕਿਵੇਂ, ਮੈਂ ਉਹਦਾ ਉਦਾਹਰਨ ਦੇਣਾ ਚਾਹੁੰਦਾ ਸਿੰਪਲ ਸ਼ਬਦਾਂ 'ਚ ਕਿ ਤੁਸੀਂ ਕਿਸੇ ਵਕੀਲ ਦੇ ਕਮਰੇ 'ਚ ਜਾਓ, ਉੱਥੇ ਕਿਤਾਬਾਂ ਲੱਗੀਆਂ ਹੁੰਦੀਆਂ ਨੇ, ਐਕਟ 1992, ਐਕਟ 1998, ਐਕਟ 2006, ਐਕਟ 2018, ਉਹ ਕਿਹੜੇ ਐਕਟ ਨੇ? ਕਿਉਂਕਿ ਸੰਵਿਧਾਨ ਤਾਂ ਬਾਬਾ ਸਾਹਿਬ ਲਿਖ ਗਏ ਇੱਕ ਵਾਰੀ, ਭੀਮ ਰਾਓ ਅੰਬੇਦਕਰ ਜੀ, ਫਿਰ ਨਵੇਂ ਐਕਟ ਕਿੱਥੋਂ ਆ ਗਏ? ਐਕਟ ਉਹ ਹੁੰਦੇ ਨੇ ਨਵੇਂ ਜਿਹੜਾ ਸੁਪਰੀਮ ਕੋਰਟ 'ਚ ਹੀਅਰਿੰਗ ਦੇ ਵਿੱਚ ਨਵਾਂ ਕੋਈ ਰਿਜ਼ਲਟ ਆ ਜਾਏ, ਨਵਾਂ ਫੈਸਲਾ ਆ ਜਾਏ, ਉਹ ਬਾਕੀ ਲੋਅਰ ਕੋਰਟਾਂ ਲਈ ਉਹ ਨਵਾਂ ਐਕਟ ਬਣ ਜਾਂਦਾ। ਇਸ ਤਰੀਕੇ ਦੇ ਨਾਲ ਸਰਕਾਰ ਹੁਣ ਨਵਾਂ ਐਕਟ ਬਣਾਉਣਾ ਚਾਹੁੰਦੀ ਹੈ। ਉਹ ਜਿਹੜਾ ਬਾਬਾ ਭੀਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ ਹੈ ਉਹਦੇ ਵਿੱਚ ਨਵਾਂ ਐਕਟ ਇਹ ਤਰ੍ਹਾਂ ਦਾ ਸ਼ਾਮਲ ਕਰਨਾ ਚਾਹੁੰਦੀ ਹੈ ਵੀ ਸੂਬੇ ਦੇ ਜਿਹੜੇ ਖੇਤੀ ਦੇ ਅਧਿਕਾਰ ਨੇ ਉਹਨਾਂ ਦੇ 'ਚ ਸਾਨੂੰ ਉਂਗਲ ਰੱਖਣ ਨੂੰ ਤਾਂ ਮਿਲ ਜਾਏ, ਪੈਰ ਰੱਖਣ ਨੂੰ 1-2% ਮਿਲ ਜਾਏ। ਫਿਰ ਕੱਲ ਨੂੰ ਅਸੀਂ ਅੱਜ ਤਾਂ 5 ਬਿੱਲ ਲਿਆਂਦੇ ਨੇ, ਕੱਲ ਨੂੰ 15 ਲਿਆ ਕੇ ਵੀ ਸਿੱਟ ਸਕਦੇ ਹਾਂ, ਕਿਉਂਕਿ ਉਹੀ ਨਵਾਂ ਕਾਨੂੰਨ ਮੰਨ ਕੇ ਚੱਲ ਜਾਾਂਗੇ। ਕਿਉਂਕਿ ਵੈਸੇ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਹੈ, ਉਹ ਹੋਰ ਮਾਰਨਗੇ, ਉਹ ਉਹਨਾਂ ਦੇ ਕਿਤੇ ਨਾ ਕਿਤੇ ਅਸੀਂ ਉਹਨਾਂ ਦੇ ਦਖਲ ਨੂੰ ਮੰਨ ਲਿਆ ਵੇ। ਜੇ ਅੱਜ ਅਸੀਂ ਇਹ ਮੰਨਦੇ ਆ ਨਾ ਵੀ ਸੋਧਾਂ ਕਰ ਲਓ ਜੀ ਸਾਰੀਆਂ ਹੀ, ਭਾਵੇਂ ਉਹ ਜਿੱਦਾਂ ਅੱਗੇ ਪਿੱਛੇ ਗੱਲ ਚੱਲੀ ਸੀ ਵੀ ਡੱਬਾ ਖਾਲੀ ਸਾਨੂੰ ਦੇ ਦਿਓ, ਉਹ ਫਿਰ ਡੱਬੇ 'ਚ ਪਰੋਸ ਕੇ ਸਾਨੂੰ ਜਦੋਂ ਮਰਜ਼ੀ ਜਿਹੜੇ ਰੰਗ ਦੀ ਮਰਜ਼ੀ ਮਠਿਆਈ ਭੇਜਣਗੇ ਤੇ ਉਹ ਜਿਹੜੀ ਸਾਨੂੰ ਜ਼ਹਿਰ ਦੇ ਰੂਪੀ ਵੀ ਭੇਜਣਗੇ, ਜਿਹੜੀ ਖਾਧੀ ਨਾ ਜਾਊਗੀ। ਇਸ ਕਰਕੇ ਅਸੀਂ ਉਹ ਡੱਬਾ ਵੀ ਨਹੀਂ ਇਹਨਾਂ ਨੂੰ ਦੇਣਾ। ਇਸ ਕਰਕੇ ਇਹਨਾਂ ਨੂੰ ਅਸੀਂ 1% ਵੀ ਉਹਦੇ ਵਿੱਚ ਸੋਧ ਕਰਨ ਨੂੰ ਤਿਆਰ ਨਹੀਂ। ਜੇ ਸਾਨੂੰ ਕੋਈ ਕਿਸਾਨ ਕਹਿ ਵੀ ਦੇਣ ਕਿ ਤੁਸੀਂ ਸੋਧਾਂ ਕਰਾ ਲਓ, ਕਿਉਂਕਿ ਹੁਣ ਜਿਹੜੇ ਆਗੂ ਉਹ ਤਾਂ ਜਾਣਦੇ ਨੇ ਨਾ ਕਿ ਜੇਕਰ ਇਹਨਾਂ ਦਾ ਦਖਲ ਅੱਜ ਮੰਨ ਲਿਆ ਤੇ ਇਹ ਫਿਰ ਬਾਰ-ਬਾਰ ਦਖਲ ਕਰਨਗੇ, ਸਾਨੂੰ ਬਾਰ-ਬਾਰ ਸੜਕਾਂ ਤੇ ਲਿਆਉਣਗੇ। ਇਸ ਕਰਕੇ ਇਹ 'ਚ ਕੋਈ ਦਖਲ ਨਹੀਂ, ਟੋਟਲ ਦੇ ਟੋਟਲ ਰੱਦ ਹੋਣੇ ਚਾਹੀਦੇ। ਕਿੰਨਾ ਸਮਾਂ ਲੱਗਣ ਦੀ ਅਜੇ ਲੱਗਦਾ ਤੁਹਾਨੂੰ? ਕੀ ਰਿਪੋਰਟ ਹੈ ਵੀ ਕਿੰਨਾ ਕੁ ਸਮਾਂ ਲੱਗ ਸਕਦਾ? ਦੇਖੋ ਇਹ ਤਾਂ ਸਰਕਾਰ ਤੇ ਡਿਪੈਂਡ ਹੈ, ਅਸੀਂ ਇਹਦੇ ਬਾਰੇ ਨਹੀਂ ਕਹਿ ਸਕਦੇ ਕਿੰਨਾ ਸਮਾਂ ਲੱਗਣਾ, ਪਰ ਸਾਡੀ ਮਨਸ਼ਾ ਇੱਥੇ ਤੱਕ ਆਪਾਂ ਤਿਆਰ ਹਾਂ ਕਿ ਭਾਈ ਇਹਨੂੰ ਸਰਕਾਰ ਲਾਵੇ ਮਹੀਨਾ, ਇਹਨੂੰ ਲਾਵੇ 2 ਮਹੀਨੇ, ਇਹਨੂੰ ਲਾਵੇ 6 ਮਹੀਨੇ, ਇਹਨੂੰ ਲਾਵੇ 4 ਸਾਲ, ਜਦੋਂ ਤੱਕ ਸਰਕਾਰ ਦੀ ਟਰਮ ਹੈ। ਪਰ ਇੱਕ ਮੈਂ ਤੁਹਾਨੂੰ ਵਾਅਦਾ ਜ਼ਰੂਰ ਕਰਦਾ, ਜੇ ਸਰਕਾਰ 4 ਸਾਲ ਲਾਊਗੀ ਤਾਂ 4 ਸਾਲਾਂ ਬਾਅਦ ਬੀਜੇਪੀ ਦੀ ਸਰਕਾਰ ਨਜ਼ਰ ਨਹੀਂ ਆਊਗੀ ਭਾਰਤ 'ਚ। ਅਸੀਂ ਟੀਮਾਂ ਆਪਣੀਆਂ ਬਣਾ ਲੈਣੀਆਂ, ਬਣਾ ਕੇ ਅਸੀਂ ਹਰ ਸਟੇਟ ਦੇ ਵਿੱਚ ਪ੍ਰਚਾਰ ਕਰਾਂਗੇ ਜਾ ਕੇ। ਜਿਵੇਂ ਹੁਣ ਸਰਕਾਰ ਕਰ ਰਹੀ ਨਾ, ਇਹਨੇ ਕਿਹਾ ਵੀ 7000 ਚੌਪਾਲਾਂ ਕਰਨੀਆਂ ਜੀ, ਪੰਚਾਇਤਾਂ ਕਰਨੀਆਂ, ਉਹਨਾਂ 'ਚ ਜਾ ਕੇ ਪ੍ਰਚਾਰ ਕਰਦੇ ਨੇ ਵੀ ਉਹ ਜਿਹੜੇ ਬੈਠੇ ਨੇ ਰੌਲਾ ਪਾ ਰਹੇ ਨੇ, ਇਹ ਜਿਹੜੇ ਕਾਨੂੰਨ ਇਹ ਤਾਂ ਬੜੇ ਚੰਗੇ ਨੇ। ਫਿਰ ਅਸੀਂ ਵੀ ਚੌਪਾਲਾਂ ਕਰਾਂਗੇ, ਜਿਹੜੀ ਸਟੇਟ 'ਚ ਇਲੈਕਸ਼ਨ ਆਈ ਉੱਥੇ ਜਾ ਕੇ ਕਰਾਂਗੇ। ਇਹ ਸਰਕਾਰ ਨੂੰ ਬਿਲਕੁਲ ਇੱਥੋਂ ਚਲਤਾ ਕਰ ਦਿਆਂਗੇ। ਬੀਜੇਪੀ ਆਪਣੀ ਜ਼ਮੀਨ ਲੱਭਦੀ ਥੱਕ ਜੂਗੀ, ਜ਼ਮੀਨ ਥੱਲਿਓਂ ਖਿੱਚ ਲਾਂਗੇ। ਸੋ ਬੀਜੇਪੀ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ, ਇਹ ਕਹਿਣਾ ਜਥੇਬੰਦੀਆਂ ਦਾ। ਜੇਕਰ ਫੈਸਲਾ ਦੇਰੀ ਦੇ ਨਾਲ ਆਉਂਦਾ ਹੈ ਤੇ ਕਿਸਾਨਾਂ ਦੇ ਪੱਖ ਦੇ ਵਿੱਚ ਨਹੀਂ ਆਉਂਦਾ ਤਾਂ ਬੀਜੇਪੀ ਨੂੰ ਸੋਚਣਾ ਚਾਹੀਦਾ, ਕਿਉਂਕਿ ਹਰ ਪਾਰਟੀ ਚਾਹੁੰਦੀ ਹੈ ਵੀ ਉਹ ਵੋਟਾਂ ਲਵੇ, ਤੇ ਵੋਟਾਂ ਦੀ ਜੇਕਰ ਰਾਜਨੀਤੀ ਕਰਦੇ ਆ ਤਾਂ ਫਿਰ ਸੋਚ ਸਮਝ ਕੇ ਹੁਣ ਸਟੈਪ ਚੁੱਕਿਆ ਜਾਵੇ, ਕਿਉਂਕਿ ਕਿਸਾਨਾਂ ਨੇ ਐਲਾਨ ਵੀ ਤਕੜਾ ਹੀ ਕੀਤਾ। ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਹਰਿਆਣਾ।